एवरीवन सारिਆਂ ਦਾ ਕੀ ਹਾਲ ਚਾਲ ਹੈ। ਇੱਕ ਨਵਾਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆਗਾ ਤੇ ਵੀਡੀਓ ਆਇਲਸ ਰਾਈਟਿੰਗ ਦਾ ਹੋਊਗਾ ਤੇ ਆਇਲਸ ਰਾਈਟਿੰਗ ਨੂੰ ਪੜਾਉਣ ਤੋਂ ਪਹਿਲਾਂ ਮੈਂ ਬੇਨਤੀ ਕਰਨੀ ਚਾਹੁੰਦਾ ਮੇਰਾ ਜਿਹੜਾ ਰਮਨ ਆਇਲਸ ਚੈਨਲ ਹੈ ਇਹ ਬਿਲਕੁਲ ਕੰਟਰੋਵਰਸੀ ਤੋਂ ਪਰਾਂ ਦਾ ਚੈਨਲ ਹੈ। ਮਤਲਬ ਇਸ ਚੈਨਲ ਦੇ ਉੱਤੇ ਨਾ ਤਾਂ ਅਸੀਂ ਅੱਜ ਤੱਕ ਕਿਸੇ ਆਇਲਸ ਟ੍ਰੇਨਰ ਨੂੰ ਮਾੜਾ ਬੋਲਿਆ ਤੇ ਨਾ ਅਸੀਂ ਚਾਹੁੰਦੇ ਵੀ ਸਾਨੂੰ ਕੋਈ ਬੋਲੇ। ਮੇਰੇ ਅਸਿਸਟੈਂਟ ਨੂੰ ਕਿਸੇ ਕੈਨੇਡਾ ਤੋਂ ਆਇਲਸ ਟ੍ਰੇਨਰ ਨੇ ਮੇਰੀਆਂ ਗਲਤੀਆਂ ਕੱਢ ਕੇ ਵੀ ਆ ਵੀਡੀਓ 'ਚ ਰਮਨ ਨੇ ਇੱਥੇ ਗਲਤ ਬੋਲਿਆ, ਰਮਨ ਨੇ ਇੱਥੇ ਗਲਤ ਬੋਲਿਆ, ਰਮਨ ਨੇ ਇੱਥੇ। ਪ੍ਰਧਾਨ ਜੀ ਮੈਨੂੰ ਜਮੀ ਕੁਛ ਨਹੀਂ ਆਉਂਦਾ। ਆ ਜੋੜੇ ਚਾਰ ਹੱਥ ਜਿਹੜਾ ਵੀ ਬੰਦਾ ਸੀਗਾ ਮੇਰੇ ਨਾਮ ਤਾਂ ਲੈ ਕੇ ਕਿਉਂ ਕਿਸੇ ਨੂੰ ਫੇਮ ਦੇਣਾ ਹੈਗਾ, ਪਰ ਬੇਨਤੀ ਇਹ ਹੈਗੀ ਕਿ ਜਿਹੜਾ ਵੀ ਸੱਜਣ ਮਿੱਤਰ ਸੀ ਤੁਸੀਂ ਆਪਦੇ ਸਕਿੱਲ ਤੇ ਕੰਮ ਕਰੋ ਤੇ ਬੱਚਿਆਂ ਦਾ ਬਹੁਤ ਜ਼ਿਆਦਾ ਭਲਾ ਕਰੋ, ਹੈ ਨਾ। ਤੁਸੀਂ ਮੈਨੂੰ ਕਹਿੰਦੇ ਹੋ ਵੀ ਰਮਨ ਢੋਂਗੀ ਹੈ, ਇਹ ਹੈ ਉਹ ਹੈ, ਠੀਕ ਹੈ ਭੈਣ ਮੇਰੀ ਹੈ, ਆਈ ਐਕਸੈਪਟਡ, ਤੁਸੀਂ ਜੋ ਕਹਿਣਾ ਸੀ ਕਹਿਤਾ, ਇਟਸ ਓਕੇ। ਪਰ ਮੇਰੇ ਵੱਲੋਂ ਫਿਰ ਵੀ ਤੁਹਾਨੂੰ ਬਹੁਤ ਵਿਸ਼ ਯੂ ਗੁੱਡ ਲੱਕ, ਹੈ ਨਾ। ਤੁਸੀਂ ਸਾਰੇ ਬੱਚਿਆਂ ਦਾ ਭਲਾ ਕਰੋ। ਤੇ ਮੈਂ ਬੜਾ ਹੈਰਾਨ ਹੋਇਆ, ਉਹ 'ਚ ਲਿਖਿਆ ਹੋਇਆ ਵੀ ਮੈਂ ਆਪਣੇ ਅੱਡੀ ਚੋਟੀ ਦਾ ਜ਼ੋਰ ਲਾ ਦੂੰ ਰਮਨ ਕੋਲੇ ਵੀ ਬੱਚੇ ਨਾ ਪੜ੍ਹਨ। ਉਹ ਭੈਣ ਮੇਰੀ ਹੈ ਜਿਹਨੇ ਮੇਰੇ ਕੋਲ ਪੜ੍ਹਨਾ ਹੈਗਾ ਨਾ ਉਹਨੇ ਪੜ੍ਹਨਾ ਹੀ ਹੈ। ਤੇ ਮੈਂ ਤੈਨੂੰ ਭੈਣ ਕਹਿ ਕੇ ਤਾਂ ਬੁਲਾ ਰਿਹਾ ਕਿਉਂਕਿ ਮੈਨੂੰ ਇੱਜ਼ਤ ਕਰਨੀ ਆਉਂਦੀ ਹੈ, ਕਿਵੇਂ ਕਰੀਦੀ ਹੈ, ਤੇ ਮੈਂ ਢੋਂਗੀ ਨਹੀਂ ਹੈਗਾ, ਹੈ ਨਾ। ਤਾਂ ਜਿੰਨੇ ਵੀ ਮੈਨੂੰ ਪਿਆਰ ਕਰਦੇ ਆ, ਮੇਰੀਆਂ ਵੀਡੀਓਜ਼ ਦੇਖਦੇ ਆ, ਮੈਂ ਕਹਿੰਦਾ ਤੁਸੀਂ ਵੈਰੀ ਗੁੱਡ। ਤੁਸੀਂ ਕੈਨੇਡਾ ਬੈਠੇ ਆਇਲਸ ਟ੍ਰੇਨਿੰਗ ਕਰਦੇ ਹੋ। 8 ਲੱਖ ਤੋਂ ਵੱਧ ਬੱਚੇ ਮੈਂ ਵੀ ਪੜ੍ਹਾ ਚੁੱਕਿਆ, ਹੈ ਨਾ। ਤੇ ਜਿਹੜੇ ਬਾਹਰ ਭਾਗੇ ਕੋਈ ਤੁੱਕਾ ਮਾਰ ਕੇ ਤਾਂ ਮੈਂ ਭਜਾਈ ਨਹੀਂ ਹੋਣੇ। 2013 ਤੋਂ ਮੈਂ ਪੜ੍ਹਾ ਰਿਹਾ ਤੇ 17 ਤੋਂ ਮੈਂ ਆਇਲਸ ਪੜ੍ਹਾ ਰਿਹਾਗਾ। ਤਾਂ ਬੇਨਤੀ ਇਹ ਆ ਵੀ ਆਪਦਾ ਕਰੋ, ਗੱਲ ਖਤਮ। ਤੁਸੀਂ ਆਪਦੀ ਜਗ੍ਹਾ ਠੀਕ, ਮੈਂ ਆਪਦੀ ਜਗ੍ਹਾ ਠੀਕ, ਕਿਉਂ ਇੱਕ ਦੂਜੇ ਨਾਲ ਬਹਿਸ ਕਰਨੀ ਹੈ। ਤੇ ਸਾਡਾ ਕੰਸਨਟਰੇਟ ਹੋਣਾ ਚਾਹੀਦਾ ਹੈ ਪੜ੍ਹਾਉਣ ਤੇ, ਚੈਨਲ ਤੇ। ਨਾ ਮੈਂ ਅੱਜ ਤੱਕ ਕਿਸੇ ਬੰਦੇ ਨੂੰ ਮਾੜਾ ਕਰਕੇ ਬੋਲ ਕੇ ਇੱਥੇ ਤੱਕ ਆਇਆ, ਜਾਂ ਤੁਸੀਂ ਕੋਈ ਵੀਡੀਓ ਇਹ ਕੱਢ ਕੇ ਦਿਖਾ ਦਿਓ ਵੀ ਜਿਹ 'ਚ ਮੈਨੇ ਕਿਸੇ ਬਾਰੇ ਮਾੜਾ ਚੰਗਾ ਬੋਲਿਆ ਹੋਵੇ, ਹੈ ਨਾ। ਤਾਂ ਥੋੜ੍ਹਾ ਜਿਹਾ ਆਪਦੇ ਆਪ ਨੂੰ ਬੁਰਾ ਲੱਗਦਾ ਜਦੋਂ ਕੋਈ ਬੰਦਾ ਤੁਹਾਨੂੰ ਮਿੰਟ 'ਚ ਜੱਜ ਕਰ ਜਾਂਦਾ ਹੈਗਾ, ਠੀਕ ਹੈ। ਤੁਹਾਡੀਆਂ ਵੀਡੀਓਜ਼ ਮੈਨੂੰ ਨਹੀਂ ਪਤਾ ਤੁਸੀਂ YouTube ਚਲਾਉਂਦੇ ਹੋ ਨਹੀਂ ਚਲਾਉਂਦੇ, ਤੁਸੀਂ ਯੂਟਿਊਬਰ ਹੈਗੇ ਹੋ ਨਹੀਂ ਹੈਗੇ, ਆਈ ਡੋਂਟ ਨੋ। ਬਟ ਜਿੰਨੇ ਵੀ ਬੱਚੇ ਮੇਰੇ ਕੋਲ ਪੜ੍ਹਦੇ ਆ, ਆਨਲਾਈਨ ਪੜ੍ਹਦੇ ਆ, ਆਫਲਾਈਨ ਪੜ੍ਹਦੇ ਆ, ਬਹੁਤ ਸੋਚ ਸਮਝ ਕੇ ਅਗਲਾ ਐਡਮਿਸ਼ਨ ਕਰਵਾਉਂਦਾ ਹੁੰਦਾ ਤੇ ਬੜਾ ਚੰਗੇ ਤਰੀਕੇ ਨਾਲ ਮੈਨੂੰ ਪੜ੍ਹਾਉਣਾ ਹੁੰਦਾ ਹੈ। ਤੇ ਮੈਂ ਇਹ ਗੱਲ 'ਚ ਯਕੀਨ ਕਰਦਾ ਕਿ ਲਵ ਯੂਰ ਜੌਬ ਜਾਂ ਲੀਵ ਯੂਰ ਜੌਬ। ਤਾਂ ਬੇਨਤੀ ਹੈ ਕਿ ਆਪਦੇ ਸਕਿੱਲ ਤੇ ਕੰਮ ਕਰੋ ਤੇ ਮੇਰੇ 'ਚ ਗਲਤੀਆਂ ਕੱਢਣ ਦੀ ਲੋੜ ਨਹੀਂ। ਮੈਂ ਤਾਂ ਜਮੀ ਗਲਤੀਆਂ ਨਾਲ ਪੁਤਲਾ ਐਗਜ਼ਾਮਪਲ ਦੇ ਕੇ ਸਮਝਾਉਣਾ। ਮੇਰੇ ਕੋਲ ਇੱਕ ਮੈਡਮ ਆਈ, ਮੈਨੂੰ ਕਹਿੰਦੀ ਰਮਨ ਸਰ ਅੱਜ ਤੱਕ ਮੈਂ ਕਦੇ ਕੋਈ ਗਲਤੀ ਨਹੀਂ ਕਰੀ। ਮੈਂ ਕਿਹਾ ਹੈ? ਕਹਿੰਦੀ ਸਰ ਮੈਨੂੰ 5 ਸਾਲ ਹੋ ਗਏ, ਮੈਂ ਅੱਜ ਤੱਕ ਕਦੇ ਕੋਈ ਗਲਤੀ ਨਹੀਂ ਕਰੀ। ਮੈਂ ਹੱਸ ਕੇ ਕਿਹਾ, ਫਿਰ ਮੈਂ ਕਿਹਾ ਮੈਡਮ ਤੈਨੇ ਕੁਝ ਨਵਾਂ ਵੀ ਨਹੀਂ ਕਰਿਆ ਹੋਣਾ। ਰੌਲਾ ਇਹ ਹੈ ਕਿ ਘੱਟੋ ਘੱਟ 400-500 ਵੀਡੀਓ ਮੇਰੀ YouTube ਤੇ ਪਈ ਹੈ, ਚੱਕ ਕੇ 2-4 ਵੀਡੀਓ 'ਚ ਯਾਰ ਬੰਦਾ ਇਹ ਗਲਤੀਆਂ ਕਰਦਾ ਹੀ ਹੈ, ਫਿਰ ਕੀ ਹੋ ਗਿਆ। ਐਪਰੀਸ਼ੀਏਟ ਕਰਿਆ ਕਰੋ, ਲੱਤਾਂ ਨਾ ਖਿੱਚਿਆ ਕਰੋ। ਤੇ ਬੱਚਿਆਂ ਨੂੰ ਪੜ੍ਹਾਉਣਾ ਆਪਣਾ ਕੰਮ ਹੈਗਾ। ਇੱਕ ਦੂਜੇ ਨਾਲ ਲੜਨ ਦੀ ਬਜਾਏ ਜੇ ਆਪਾਂ ਬੱਚਿਆਂ ਨੂੰ ਪੜ੍ਹਾ ਲਈਏ ਤਾਂ ਜ਼ਿਆਦਾ ਫਾਇਦਾ ਹੋਊਗਾ, ਠੀਕ ਹੈ। ਤਾਂ ਸਾਰਿਆਂ ਨੂੰ ਮਾਫ ਕਰਿਓ, ਪਰ ਮੈਂ ਕਦੇ ਬੋਲ ਕੇ ਰਾਜੀ ਨਹੀਂ ਹੁੰਦਾ ਤੇ ਅੱਜ ਤੋਂ ਬਾਅਦ ਨਾ ਮੈਂ ਤੁਹਾਡਾ ਕਦੇ ਜ਼ਿਕਰ ਕਰਦਾ। ਪਰ ਮੈਨੂੰ ਗੁੱਸਾ ਲੱਗਿਆ ਸੀ ਤਾਂ ਮੈਂ ਬੋਲਿਆ, ਤੇ ਮੈਂ ਬੜੇ ਪਿਆਰ ਨਾਲ ਤੁਹਾਨੂੰ ਸਤਿਕਾਰ ਨਾਲ ਬੋਲਿਆ, ਠੀਕ ਹੈ। ਤਾਂ ਅੱਗੇ ਤੋਂ ਇਹ ਨਹੀਂ ਹੋਏਗਾ ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੇ ਸਕਿੰਟ ਤੇ ਰਮਨ ਦੀ ਪ੍ਰੋਨਾਂਸੀਏਸ਼ਨ ਮਾੜੀ ਸੀ, ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੇ ਸਕਿੰਟ ਤੇ ਰਮਨ ਨੇ ਆ ਵਰਡ ਮਾੜਾ ਬੋਲਤਾ ਔਰ ਰਮਨ ਨੇ ਕਹਿਤਾ 240 ਵਰਡ ਕਿ ਉਹ ਭੈਣ ਮੇਰੀ ਰਹਿੰਦੇ ਕੋਈ ਨਾ, ਠੀਕ ਹੈ। ਮੈਨੂੰ ਜਿੰਨਾ ਕੁ ਆਉਂਦਾ ਮੈਂ ਉਹਨਾਂ ਕੁ ਪੜ੍ਹਾਉਣਾ ਤੇ ਮੈਨੂੰ ਪੜ੍ਹਾ ਲੈਣਾ, ਠੀਕ ਹੈ। ਚਲੋ ਸਾਰਿਆਂ ਨੂੰ ਅੱਜ ਸ਼ੁਰੂ ਕਰਾਂਗੇ ਆਪਾਂ ਆਇਲਸ ਦੀ ਰਾਈਟਿੰਗ। ਤੇ ਬੇਨਤੀ ਹੈ ਡਰ ਲੱਗਦਾ ਕਿਤੇ ਕੋਈ ਕਹੇ ਦੇ ਉਹਦੇ ਤਾਂ ਮੈਂ ਕੱਲੀਆਂ ਟਿਪਸ ਦੱਸੀਆਂ ਸੀ, ਖਾਸ ਮੈਨੇ ਟਿਪਸ 'ਚ 5-6 ਗਲਤੀਆਂ ਕੱਢਤੀਆਂ। ਕਿਤੇ ਅੱਜ ਮੈਂ ਰਾਈਟਿੰਗ ਮੋਡਿਊਲ ਪੜ੍ਹਾਵਾਂ ਅੱਜ ਤਾਂ ਕਹਿੰਦੇ ਵੀ ਤੇਰਾ ਤਾਂ 250 ਵਰਡ ਹੀ ਗਲਤ ਹੈਗਾ। ਹੱਥ ਜੋੜੇ ਬੱਚਿਆਂ ਨੂੰ ਪੜ੍ਹਾ ਲਈਏ ਤੇ ਸ਼ੁਰੂ ਕਰਦੇ ਹਾਂ ਆਇਲਸ ਦਾ ਰਾਈਟਿੰਗ। ਤੇ 1 ਬਾਏ 1 ਸਟੈਪ ਬਾਏ ਸਟੈਪ ਇੱਕ ਲਾਈਨ ਕਿਵੇਂ ਪੇਪਰ 'ਚ ਲਿਖ ਕੇ ਆਉਣੇ ਤੇ ਕਿਵੇਂ ਸਕੋਰ ਆਊਗਾ, ਬਹੁਤ ਵਧੀਆ ਤੁਹਾਨੂੰ ਬੜੇ ਤਰੀਕੇ ਨਾਲ ਸਮਝਾਊਂਗਾ। ਤੇ ਆਓ ਟਾਈਮ ਨੂੰ ਵੇਸਟ ਨਹੀਂ ਕਰਦੇ ਤੇ ਬਾਬਾ ਸੁੱਖ ਰੱਖੇ, ਮੈਂ ਬਹੁਤ ਵਧੀਆ ਤੁਹਾਨੂੰ ਟੀਚ ਕਰਾਂਗਾ। ਲੈਟਸ ਗੋ। ਸੋ एवरीवन ਅੱਜ ਦਾ ਜਿਹੜਾ ਟੌਪਿਕ ਹੈਗਾ ਮੈਂ ਐਡਵਾਂਟੇਜ ਐਂਡ ਡਿਸਐਡਵਾਂਟੇਜ ਪੜਾਉਂਗਾ, ਕਿਉਂਕਿ ਮੈਂ ਨਾ ਹੁਣ ਸੀਰੀਜ਼ ਚਲਾਉਂਗਾ। ਕੱਲ ਮੈਂ ਅਗਰੀ ਔਰ ਡਿਸਐਗਰੀ ਦਾ ਦੱਸਿਆ ਸੀਗਾ, ਪਰ ਆਪਾਂ ਨਾ ਹੁਣ ਸੀਰੀਜ਼ ਚਲਾਵਾਂਗੇ। ਐਵਰੀ ਐਸੇ ਨੂੰ ਮੈਂ ਤੁਹਾਨੂੰ ਕਿਵੇਂ ਪੜ੍ਹਨਾ ਹੈਗਾ ਉਵੇਂ ਕਲੀਅਰ ਕਰੂੰਗਾ। ਸ਼ੁਰੂ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਆਹ ਚੀਜ਼ ਦੇਖਣ ਨੂੰ ਮਿਲੂਗੀ, ਜਿਵੇਂ ਇਹ 'ਚ ਲਿਖਿਆ ਹੋਇਆ ਕਿ ਮੈਨੀ ਕੰਟਰੀਜ਼ ਇੰਪੋਰਟ ਕਰਦੀਆਂ ਨੇ ਫੂਡ ਮਟੀਰੀਅਲ ਨੂੰ ਫਰੋਮ ਅਦਰ ਕੰਟਰੀਜ਼। ਬਹੁਤ ਸਾਰੇ ਦੇਸ਼ ਦੂਜੇ ਦੇਸ਼ਾਂ ਤੋਂ ਖਾਣਾ ਮੰਗਾਉਂਦੇ ਨੇ। ਕੁਐਸਚਨ ਕੀ ਮੰਗ ਰਿਹਾ ਕਿ ਵਾਟ ਆਰ ਦੀ ਐਡਵਾਂਟੇजेस ਐਂਡ ਡਿਸਐਡਵਾਂਟੇजेस। ਬਾਹਰਲੇ ਦੇਸ਼ਾਂ ਤੋਂ, ਫੋਰ ਐਗਜ਼ਾਮਪਲ ਆਪਾਂ ਇੰਡੀਆ 'ਚ ਰਹਿੰਦੇ ਆ, ਅਸੀਂ ਮੰਨ ਲਓ ਕੈਨੇਡਾ ਤੋਂ ਖਾਣਾ ਮੰਗਵਾਈਏ, ਅਸੀਂ ਨਿਊਜ਼ੀਲੈਂਡ ਤੋਂ ਮੰਗਵਾਈਏ, ਜਿਵੇਂ ਕੀਵੀ ਫਰੂਟ ਹੈ ਉਹ ਸਾਡਾ ਨਿਊਜ਼ੀਲੈਂਡ ਤੋਂ ਆਉਂਦਾ ਹੈਗਾ, ਤਾਂ ਉਹਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ।
कोई कुछ नहीं हैगा, सिंपल जी गल है। सब तो पहला इंट्रोडक्शन देखते हैं, तो इंट्रोडक्शन च मैं कल तुहानूं एक चीज़ सिखाई सी, एक गल होर देख लो, भावें ऐसे जिहड़ा मर्जी होवे, भावें अग्री डिसअग्री होवे, प्रॉब्लम सोल्यूशन होवे, बोथ व्यू, थोड़ा थोड़ा जिहा फर्क है, तो तरीका सारिਆਂ ਦਾ सेम है। मैं एडवांटेज एंड डिसएडवांटेज नूं बड़े तरीके नाल एक अखर सिखाऊंगा, तो सीख के देख लियो, तुहानूं कोई डाउट नहीं रहूगा, तो डेफिनेटली तुहाडा बैंड स्कोर है जिहड़ा वो बूस्ट होगा। शुरू करते हैं। लाइक रीफ्रेज करना मतलब की है, रीफ्रेज। मैनी कंट्रीज इंपोर्ट करदे ने फूड मटीरियल नूं अदर कंट्रीज तो, तुसीं इहनूं किवें किस तरीके नाल सिनोनिम्स नाल चेंज करदे हो। इहने लिखिया कहंदा इट इज कंसीडर्ड दैट, ऐसे नूं शुरू करन तो पहला तुसीं ये लाइन लिख सकदे हो, मोस्ट ऑफ कंट्रीज, मैनी कंट्रीज नूं इहने कहता मोस्ट ऑफ कंट्रीज इंपोर्ट फूड मटीरियल फ्रॉम अदर कंट्री। मैं क्या प्रेफर कर दिया ने इंपोर्ट फूड करना, फूड मटीरियल करना फ्रॉम अदर नेशंस। तुसीं एक चीज देखो पुੱਤ कि किहदा किहदा सिनोनिम मैनू आया, मैनी कंट्रीज नूं मैंने मोस्ट ऑफ द कंट्रीज कहता, ठीक है। प्रेफर करना तो मैं अपने वालों वर्ड यूज किया कि वो चाहुंदियां ने ना, मंगदियां नेगियां। इंपोर्ट फूड मटीरियल, इंपोर्ट फूड मटीरियल का मैनू ना सिनोनिम नहीं आउंदा सी, मैं सेम दा सेम लिखता, इन्हें लिखता फ्रॉम अदर कंट्रीज, मैं क्या फ्रॉम अदर नेशंस। याद रखियो जिहदा जिहदा तुहानूं सिनोनिम आएगा तुसीं लिख दिओ, जिहदा नहीं आऊगा ना लिखियो। ते मेरी हाथ जोड़ के बेनती है, हर एक आईएलस नूं पढ़ाउण वाले बंदे दा अपना मैथड हैगा, मेरा ये मैथड हैगा, कोई आपदे मैथड नूं लिया के ना कंपेयर ना करे। मेरे पढ़ाए हुए बथेरे बच्चे बाहर बैठे, तो कोई एडी गल नहीं हैगी भी ऐ करके बैंड नहीं आने हैगे। ते सब तो बेस्ट ते ईजीएस्ट मैथड है, तो एग्जामिनर तुहाडे तो हमेशा ईजीएस्ट मंगदा है, टफेस्ट नहीं मंगदा हैगा, याद रखियो, ठीक है। स्टार्टिंग दे विच आपां ने की कीता, इहदा रीफ्रेज करता सिनोनिम्स नाल। दूजी चीज साडे कोल पुੱਤ की है, दैट इज कॉल्ड व्हाट आर द एडवांटेजेस एंड डिसएडवांटेजेस। मैनू कहा, मैं क्या दिस एसे विल डिस्कस एडवांटेजेस अलॉन्ग विद डिसएडवांटेजेस। मतलब मैं एग्जामिनर नूं दसदा कि जिहड़ा यह ऐसे है, इहदे च मैं एडवांटेजेस भी दसूंगा, नाल नाल मैं इहदे डिसएडवांटेजेस भी दसूंगा ऑफ दिस नोशन, इस पॉइंट दे इन फोर्थ कमिंग पैराग्राफ। फोर्थ कमिंग पैराग्राफ बोले तो अपकमिंग पैराग्राफ। इंट्रोडक्शन करे दा तुहानूं अद्धा बैंड किते नहीं गया हैगा। ते इंट्रोडक्शन किन्नियां चीज़ां दी बनाई आ, दो चीज़ां दी, रीफ्रेज अते थीसिस। ते याद रखियो रीफ्रेज सारे एसेज दा सेम हैगा, जिहदा जिहदा सिनोनिम आऊगा चेंज कर दिओ, जिहदा नहीं आऊगा रहण दिओ। थीसिस दा मतलब है एग्जामिनर नूं दसना कि ऐसे किहड़ा है, मैं की गल करूंगा, किहड़े टॉपिक नहीं जाऊंगा, ठीक है। हुण आपां बॉडी पैराग्राफ 1 जिहदे च मैं बाहरों खाना मंगाउण दे फायदे दसूंगा, एडवांटेज दसूंगा, तुहाडे अगे पूरा आ लिख दिंदे आ। ते याद रखियो जिंदगी च एक पैराग्राफ नूं बनाउण दे लई तुहाडे कोल किन्ने पॉइंट होने चाहिए ने, कल भी दस्सिया सीगा 4 पॉइंट्स। नंबर 1, नंबर 2, नंबर 3, नंबर 4। सब तो पहले नंबर ते मैं एडवांटेज दसूंगा स्टार्टिंग दे विच, फिर उहनूं करूंगा मैं एक्सप्लेन, फिर मैं उहदी देऊंगा एक एग्जांपल, ते फिर मैं उहदा कड्डूंगा जलूस नहीं रिजल्ट। ये 4 चीज़ां पुੱਤ ਕਿਹੜੀਆਂ-ਕਿਹੜੀਆਂ। पहले नंबर ते एडवांटेज दसूंगा, बाहरों खाना मंगाउण दा की एडवांटेज है, फिर उस चीज़ नूं एक्सप्लेन करांगे, फिर उसकी एक एग्जांपल ते फिर उसका एक रिजल्ट। बस इन्नी की गल है। ये 4 पॉइंट ने, ये 4 पॉइंट से अपने अपने कनैक्टर होंदे ने। एग्जांपल मैंने स्टार्टिंग दे विच लिखिया, मैं क्या 2 कॉमेंट्स विद मैरिट्स। वाओ, मैरिट्स की एडवांटेज दा सिनोनिम है, ते इहनूं प्रोज भी कहने आ, PROS, ठीक है। नंबर 1 दे मेन एडवांटेज दे रहा मैं, 2 कॉमेंट्स विद मैरिट्स। The predominant होता है important। Important one is people can change the taste of tongue। लोग अपनी जबान का टेस्ट ना सारा दिन, अज भी साग, कल भी साग, परसों भी साग, हरी धुनी कर लेनी अपने। तो इस करके जो बाहरों खाना आता है ना, साडी जबान का जो टेस्ट है ना वो बदल जाता है, विच ऑल्सो इनडायरैक्टली बूस्ट करता है इकोनॉमी ऑफ कंट्री। मतलब की है कि इहदे नाल देखो, जे असीं बाहरों खाना मंगाउने आ, साडे लोग खांदे ने, उहते टैक्स भी तां दिंदे ने। 2 फायदे हो गए, एक तां लोकां दी जबान दा टेस्ट। असीं इटैलीअन पीज़ा खाना है, पातड़ां 'च बैठे खा लांगे, इटली जाण दी थोड़ी ना लोड़ है। मोमोज खाने ने, जिथों दे मोमोज ने उत्थे जाण दी थोड़ी लोड़ है, उरी मिलदा सारा कुछ। कहण दा मतलब की है कि एडवांटेज यह है पुੱਤ कि साडी जबान का टेस्ट भी चेंज होगा, तो कंट्री की इकोनॉमी भी वधूगी। चलो भाई, कहना एक्सप्लेन करके दस मैनूं, मैं कहना की चाहुंदा। दूजे नंबर ते एक्सप्लेन दे लई कनैक्टर यूज किया मैंने
ਇਨ ਅਦਰ ਵਰਡਸ ਦਾ ਮਤਲਬ ਹੈ, ਮੈਂ ਤੁਹਾਨੂੰ ਦੂਜੇ ਸ਼ਬਦਾਂ 'ਚ ਐਕਸਪਲੇਨ ਕਰਦਾ। ਮੈਂ ਕਿਹਾ ਵੈਨ ਨੇਸ਼ਨਸ ਇੰਪੋਰਟ ਕਰਦੀਆਂ ਨੇ ਫੂਡ ਫਰੋਮ ਅਦਰ ਵਨਸ, then it influence masses people to taste cuisine ਹੁੰਦਾ food which helps to creep income level in the form of tax। ਮੈਂ ਕਿਹਾ ਜਦੋਂ ਬਾਹਰਲੇ ਦੇਸ਼ ਤੋਂ ਖਾਣਾ ਮੰਗਾਇਆ ਜਾਂਦਾ, ਹੁਣ ਮੰਨ ਲਓ ਆਪਣੇ ਟਿਮ ਹੋਟਲ ਖੁੱਲਿਆ, ਹੁਣ ਕਿੰਨੇ ਲੋਕ ਮੈਂ ਕਹਿੰਦਾ ਮਿਨੀ ਕੈਨੇਡਾ ਸਮਝ ਕੇ ਜਾਈ ਜਾਂਦੇ ਆ, ਤਾਂ ਜਦੋਂ ਬਾਹਰੋਂ ਕੋਈ ਖਾਣਾ ਆਉਂਦਾ ਹੈ, ਬਾਹਰਲੀ ਕੋਈ ਫਰੈਂਚਾਈਜ਼ੀ ਆਉਂਦੀ ਹੈ, ਤਾਂ ਸਾਡੇ ਜਿਹੜੇ ਮਾਸੀਜ਼ ਨੇ, ਸਾਡੇ ਲੋਕ ਨੇ, ਸਾਡੇ ਇੰਡੀਵਿਜੂਅਲ ਨੇ, ਉੱਥੇ ਜਾ ਕੇ ਖਾਂਦੇ ਨੇ। ਫਿਰ ਜਦੋਂ ਖਾਂਦੇ ਨੇ ਉਹਨਾਂ ਦੀ ਜ਼ੁਬਾਨ ਦਾ ਟੇਸਟ, ਉਹਨਾਂ ਨੂੰ ਫਾਇਦਾ ਹੋ ਗਿਆ ਨਾ, ਮਜ਼ਾ ਆ ਗਿਆ ਖਾ ਕੇ। ਤੇ ਦੂਜੀ ਗੱਲ ਹੈ ਗਵਰਨਮੈਂਟ ਨੂੰ ਫਾਇਦਾ ਹੋ ਗਿਆ, ਟੈਕਸ ਜਿੰਨਾ ਖਾਣਗੇ ਉਹ 'ਚ ਟੈਕਸ ਵੀ ਤਾਂ ਲੱਗੂਗਾ, GST ਵਗੈਰਾ ਪੇ ਕਰਦੇ ਆ। ਦੈਟਸ ਇਟ। ਪਹਿਲਾ ਕਨੈਕਟਰ ਕਿਹੜਾ ਸੀ? ਟੂ ਕਮੈਂਸ ਵਿਦ, ਦੂਜਾ ਸੀ ਇਨ ਅਦਰ ਵਰਡਸ। ਹੁਣ ਤੀਜੇ ਨੰਬਰ ਤੇ ਕੀ ਹੈ ਪੁੱਤ? ਐਗਜ਼ਾਮਪਲ ਦੇ ਲਈ ਮੇਰੇ ਬੱਚੇ ਮੈਂ ਲਿਖਿਆ ਫॉर ਇੰਸਟੈਂਸ ਦਾ ਮਤਲਬ ਹੈ ਕਿ ਮੈਂ ਹੁਣ ਐਗਜ਼ਾਮਪਲ ਦੇ ਰਿਹਾ। ਇੱਕ ਸਰਵੇ ਕੰਡਕਟ ਕੀਤਾ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਨੇ। ਐਵੇਂ ਮਾਰਿਆ ਗੱਪ, ਕੋਈ ਝੂਠਾ ਮੂਠੀ ਐਗਜ਼ਾਮਪਲ ਪਾ ਦੋ, ਕੋਈ ਸੱਚੀ ਨਹੀਂ ਹੁੰਦੀ ਹੈਗੀ। ਮਤਲਬ ਮੈਨੇ ਕੀ ਸਰਵੇ ਕੰਡਕਟ ਕੀਤਾ, ਇਹ ਪੱਕੀ ਲਾਈਨ ਫਿੱਟ ਹੋ ਜਾਂਦੀ ਹੈਗੀ। ਉਹਨੇ ਫਾਊਂਡ ਕਰਿਆ ਕਿ ਇੰਡੀਆ ਦੇ ਵਿੱਚ ਇੰਡੀਵਿਜੂਅਲਸ ਨੇ ਨਾ ਜਿਹੜੇ, ਉਹ ਸਪੈਂਡ ਕਰਦੇ ਨੇ 33% ਆਫ देयर ਇਨਕਮ ਟੂ ਈਟ ਡਿਫਰੈਂਟ ਪਪੂਲਰ ਇੰਪੋਰਟਡ ਫੂਡਸ ਵਿਚ ਅਸਿਸਟ ਟੂ ਬੂਸਟ ਕੰਟਰੀਜ਼ ਇਕਨੋਮੀ। ਕਹਿਣ ਦਾ ਮਤਲਬ ਹੈ ਕਿ ਇੰਡੀਆ ਦੇ ਵਿੱਚ ਲੋਕ ਆਪਣੀ ਤਨਖਾਹ ਦਾ 33% ਖਾਣਾ ਤਾਂ ਇੰਪੋਰਟਡ ਫੂਡਸ ਤੇ ਲਾਉਂਦੇ ਨੇ, ਜਿਹੜੇ ਬਾਹਰੋਂ ਆਉਂਦੇ ਨੇ। ਫਿਰ ਉਹ ਨਾਲੇ ਦੇਸ਼ ਦੀ ਇਕਨੋਮੀ ਤਾਂ ਆਪੇ ਵਧੂਗੀ ਨਾ, ਟੈਕਸ ਮਿਲੂਗਾ ਉਹਨਾਂ ਨੂੰ, ਸਰਕਾਰ ਨੂੰ ਮਿਲੂਗਾ। ਤਾਂ ਕਹਿਣ ਦਾ ਮਤਲਬ ਕਿ ਸਾਡੇ ਲੋਕ ਭਰੋਸਾ ਪਤਾ ਕੀ ਕਰਦੇ ਨੇ, ਜਿਵੇਂ ਬਦਾਮ ਨੇ, ਫਿਰ ਉਹ ਕਹਿੰਦੇ ਇਹ ਇੰਪੋਰਟਡ ਨੇ। ਇੰਪੋਰਟਡ ਦਾ ਮਤਲਬ ਹੈ ਬਾਹਰੋਂ ਆਏ ਹੋਏ ਨੇ, ਵਧੀਆ ਨੇ, ਜਾਲੀ ਤਾਂ ਨਹੀਂ ਹੈਗੇ। ਤਾਂ ਇੰਨੇ ਪਰਸੈਂਟ ਲੋਕ, ਹੁਣ ਮੰਨ ਲਓ ਮੈਂ 33% ਇਨਕਮ ਕਹਿਤੀ, ਤੁਹਾਡੀ ਮਰਜ਼ੀ, ਭਾਵੇਂ ਤੁਸੀਂ 50% ਕਹੋ, ਭਾਵੇਂ ਤੁਸੀਂ 20% ਕਹੋ, ਕਿਸੇ ਦੇ ਪਿੱਛੇ ਨਾ ਲੱਗਿਓ। ਤੇ ਲਾਸਟ ਤੇ ਰਹਿ ਗਿਆ ਪੁੱਤ ਆਪਣਾ ਰਿਜ਼ਲਟ 'ਚ ਮੇਰੇ ਬੱਚੇ ਮੈਨੇ ਲਿਖਿਆ ਹੈਂਸ। ਮੈਂ ਕਿਹਾ ਫਿਰ ਇਟ ਇਜ਼ ਅ ਗੁੱਡ, ਇਹ ਵਧੀਆ ਹੈਗਾ, ਟ੍ਰੇਡ people due to benefit either to people or country। ਤਾਂ ਕਹਿਣ ਦਾ ਮਤਲਬ ਕੀ ਹੈਗਾ? ਇਟ ਇਜ਼ ਅ ਗੁੱਡ ਟੂ ਟ੍ਰੇਡ ਫੂਡ, ਮਤਲਬ ਬਹੁਤ ਵਧੀਆ ਹੈ ਫੂਡ ਦਾ ਵਪਾਰ ਕਰਨਾ। ਇਹਦੇ ਨਾਲ ਬੈਨੀਫਿਟ ਹੁੰਦੇ ਨੇ, ਨਾਲੇ ਲੋਕਾਂ ਨੂੰ, ਨਾਲੇ ਕੰਟਰੀ ਨੂੰ। ਲੋਕਾਂ ਨੂੰ ਕਾਹਦਾ? ਉਹਨਾਂ ਨੂੰ ਖਾਣ ਪੀਣ ਨੂੰ ਮਿਲੀ ਜਾਂਦਾ ਹੈ। ਕੰਟਰੀ ਨੂੰ ਕਾਹਦਾ? ਉਹਨਾਂ ਨੂੰ ਟੈਕਸ ਮਿਲੀ ਜਾਂਦਾ ਹੈ। ਪਹਿਲੇ ਪੈਰਾਗ੍ਰਾਫ ਦੇ ਵਿੱਚ ਮੈਨੇ ਇੱਕ ਗੱਲ ਕਲੀਅਰ ਕਰਤੀ ਕਿ ਜਿਹੜੇ ਬਾਹਰੋਂ ਖਾਣਾ ਮਿਲਦਾ ਹੈ ਉਹਦੇ ਐਡਵਾਂਟੇਜ ਨੇਗੇ। मतलब क्या हो गया? दिस इज कॉल्ड अवर बॉडी पैराग्राफ 1। ਤੇ 4 ਕਨੈਕਟਰ टू commence with merits, in other words explain ਦੇ ਲਈ, ਫॉर ਇੰਸਟੈਂਸ ਐਗਜ਼ਾਮਪਲ ਦੇ ਲਈ। ਤੇ ਐਗਜ਼ਾਮਪਲ 'ਚ ਮੈਂ ਸਰਵੇ ਲਿਖਿਆ ਸੀਗਾ ਤੇ ਹੈਂਸ ਤੋਂ ਮੈਨੇ ਰਿਜ਼ਲਟ ਕੱਢਤਾ। We have 4 points। ਦੋ ਸਗੇ ਭੈਣ ਭਰਾਵਾਂ ਦੀ ਰਾਈਟਿੰਗ ਵੀ ਆਪਸ 'ਚ ਮੈਚ ਨਹੀਂ ਕਰਦੀ ਯਾਰ। ਆਪਣੇ ਮਾਈਂਡ ਦੇ ਥਾਟ ਨੇ ਨਾ, ਹਰੇਕ ਬੰਦਾ ਆਪਣੀ ਮਰਜ਼ੀ ਨਾਲ ਲਿਖਦਾ ਹੈ। ਹੁਣ ਇਹ ਕਹਿਣ ਦਾ ਮਤਲਬ ਹੈਗਾ ਤੁਹਾਨੂੰ ਇੱਕ ਗੱਲ ਕਲੀਅਰ ਹੋਵੇ ਕਿ ਜਿਵੇਂ ਮੈਂ ਟੂ ਕਮੈਂਟਸ ਵਿਦ ਲਿਖਿਆ, ਹੁਣ ਐਡਵਾਂਟੇਜ ਤੁਸੀਂ ਆਪਣੀ ਮਰਜ਼ੀ ਦਾ, ਇਨ ਅਦਰ ਵਰਡ ਲਿਖਿਆ, ਐਕਸਪਲੇਨ ਤੁਹਾਡੀ ਮਰਜ਼ੀ ਦਾ, ਫॉर ਇੰਸਟੈਂਸ ਲਿਖਿਆ, ਐਗਜ਼ਾਮਪਲ ਤੁਹਾਡੀ ਮਰਜ਼ੀ ਦੀ, ਹੈਂਸ ਲਿਖਿਆ, ਰਿਜ਼ਲਟ ਤੁਹਾਡੀ ਮਰਜ਼ੀ ਦਾ। ਕਾਪੀ ਪੇਸਟ ਨਾ ਕਰਿਓ, ਆਪਣੀ ਚੁਆਇਸ ਨਾਲ ਜੋ ਤੁਹਾਡੇ ਦਿਮਾਗ 'ਚ ਆਉਂਦਾ ਉਹ ਲਿਖਿਓ, ਪਰ ਸਟਰਕਚਰ ਤੇ ਕਨੈਕਟਰ ਸੇਮ ਲਿਖਿਓ। ਚਲੋ ਜੀ, ਬੋਡੀ ਪੈਰਾਗ੍ਰਾਫ 1 ਤੋਂ ਬਾਅਦ ਆਪਾਂ ਲਿਖਾਂਗੇ ਡਿਸਐਡਵਾਂਟੇਜ, ਲਿਖਾਂਗੇ ਬੋਡੀ 2 ਦੇ ਵਿੱਚ ਕਿ ਬਾਹਰੋਂ ਖਾਣੇ ਦੇ ਡਿਸਐਡਵਾਂਟੇਜ ਕੀ ਨੇ। ਆਜੋ ਚਲੋ ਦੇਖਦੇ ਹਾਂ। ਤੇ ਕਨੈਕਟਰ ਇੱਕ ਵੀ ਨਹੀਂ ਮੈਚ ਕਰੂਗਾ, ਪਰ ਪੁਆਇੰਟ ਉਹੀ ਕਿਵੇਂ? ਮਤਲਬ 1 2 3 4। ਹੁਣ ਇਹ 'ਚ ਉੱਥੇ ਐਡਵਾਂਟੇਜ ਸੀਗਾ, ਇਹ 'ਚ ਡਿਸਐਡਵਾਂਟੇਜ, ਫਿਰ ਐਕਸਪਲੇਨ, ਫਿਰ ਐਗਜ਼ਾਮਪਲ ਤੇ ਫਿਰ ਰਿਜ਼ਲਟ, ਸਾਰਾ ਕੁਝ ਉਹੀ ਦਾ ਉਹੀ ਹੈਗਾ। ਚਲੋ ਹੁਣ ਪਹਿਲਾ ਕਨੈਕਟਰ ਕੀ ਯੂਜ਼ ਕੀਤਾ ਮੈਨੇ? ਮੈਂ ਕਿਹਾ ਫਰਦਰ ਸ਼ਿਫਟਿੰਗ ਟੁਵਾਰਡਸ ਡੀਮੈਰਿਟਸ। ਉੱਥੇ ਮੈਰਿਟ ਸੀਗਾ, ਇੱਥੇ ਡੀਮੈਰਿਟਸ ਹੈਗਾ। ਮੈਂ ਕਿਹਾ ਇੰਪੋਰਟਡ ਫੂਡ ਮਟੀਰੀਅਲ ਕਰਦਾ ਲੋਅਰ ਦਾ ਵਰਥ ਆਫ ਅ ਟ੍ਰੈਡੀਸ਼ਨਲ ਫੂਡ ਆਫ ਕੰਟਰੀ। ਬਹੁਤ ਵੱਡੀ ਗੱਲ ਹੈ। ਮੇਨ ਡਿਸਐਡਵਾਂਟੇਜ ਕੀ ਹੋਊਗਾ? ਜੇ ਬਾਹਰੋਂ ਖਾਣਾ ਆਈ ਗਿਆ ਸਾਡੀ ਕੰਟਰੀ ਦੇ ਵਿੱਚ, ਸਭ ਤੋਂ ਬੁਰੀ ਚੀਜ਼ ਕੀ ਹੋ ਜੂ ਪੁੱਤ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਆਪਦੇ ਖਾਣੇ ਦੀ ਵੈਲਿਊ ਨਹੀਂ ਰਹਿਣੀ। ਜਦੋਂ ਬੱਚਾ ਖਾਊਗਾ ਪੀਜ਼ਾ, ਉਹਨੇ ਸਾਗ ਮੱਕੀ ਦੀ ਰੋਟੀ ਤੋਂ ਕੀ ਲੈਣਾ ਹੈਗਾ? ਤਾਂ ਸਾਡੇ ਖਾਣੇ ਦੀ ਵੈਲਿਊ ਹੈ ਜਿਹੜੀ ਉਹ ਖਤਮ ਹੋ ਜੂਗੀ, ਕਿਉਂਕਿ ਉਹ ਫਿਰ ਬਾਹਰਲਾ ਫੂਡ ਹੀ ਪ੍ਰੈਫਰ ਕਰੂਗਾ। ਚਲੋ ਇਹਨੂੰ ਐਕਸਪਲੇਨ ਕਰਦੇ ਆ ਵੀ ਕਹਿਣਾ ਕੀ ਚਾਹੁੰਦਾ। ਉੱਥੇ ਇਨ ਅਦਰ ਵਰਡ ਲਿਖਿਆ ਸੀ, ਉਰੇ ਮੈਨੇ ਲਿਖਿਆ ਪੁੱਤ ਟੂ ਐਕਸਪਲੀਕੇਟ। ਮੈਂ ਕਿਹਾ ਡਿਊ ਟੂ ਦ ਪਪੂਲੈਰਿਟੀ ਆਫ ਅ ਫੋਰਨ ਫੂਡ, ਬਾਹਰ ਦੇ ਖਾਣੇ ਦੀ ਪਪੂਲੈਰਿਟੀ ਕਰਕੇ
people do not give preference to eat their cultural food, which not only affects the importance of culture but also deprive from people from its knowledge। कहना भी देख जे फॉरेन फूड आऊगा लोग अपने कल्चर ਦੇ ਫੂਡ ਨੂੰ ਖਾਣਗੇ ਨਹੀਂ, ਜੇ ਕਲਚਰ ਦੇ ਫੂਡ ਨੂੰ ਨਹੀਂ ਖਾਣਗੇ ਇਹਨਾਂ ਕੱਲਾ ਉਹ ਨਹੀਂ ਹੈਗਾ ਵੀ ਕਲਚਰ ਦਾ ਫੂਡ ਗਿਆ, ਇਹਦੇ ਨਾਲ ਸਾਨੂੰ ਸਾਡੇ ਕਲਚਰ ਦੀ ਨੌਲੇਜ ਵੀ ਗਈ। ਹੁਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਪਤਾ ਹੋਊਗਾ ਮੱਕੀ ਦੀ ਰੋਟੀ ਕੀ ਹੁੰਦੀ ਹੈ ਜਾਂ ਚੁੱਲ੍ਹੇ ਤੇ ਬਹਿ ਕੇ ਕਿਵੇਂ ਖਾਣੀ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਪਾਪਾ ਮੈਂ ਖਾਣਾ ਇਟਾਲੀਅਨ ਪੀਜ਼ਾ ਜਾਂ ਪੀਜ਼ਾ ਹੱਟ ਤੇ ਜਾਣੇਗਾ। ਇਹ ਵੱਡੀ ਗੱਲ ਹੈ, ਤਾਂ ਇਹਦਾ ਡਿਸਐਡਵਾਂਟੇਜ ਹੈ ਜੇ ਬਾਹਰੋਂ ਖਾਣਾ ਨਾ ਆਵੇ, ਜਦੋਂ ਭੁੱਖੇ ਮਰਨਗੇ ਆਪੇ ਖਾਣਗੇ, ਆਪ ਤਾਂ ਫਿਰ ਕੱਦੂ ਨਾਲ ਵੀ ਖਾਣਗੇ। ਕਹਿੰਦੇ ਆ ਨਾ ਵੀ ਭੁੱਖ 'ਚ ਛੋਲੇ ਵੀ ਬਦਾਮ, ਉਹਦਾ ਕਹਿਣ ਦਾ ਮਤਲਬ ਹੈ ਜਦੋਂ ਬੱਚਿਆਂ ਕੋਲੇ ਆਪਸ਼ਨ ਨੇ ਇੰਨੇ ਹੋ ਗਏ ਨਾ ਫਿਰ ਉਹ ਘਰ ਦੀਆਂ ਚੀਜ਼ਾਂ ਨਹੀਂ ਖਾਂਦੇ, ਇਹ ਡਿਸਐਡਵਾਂਟੇਜ ਹੈ। ਇੱਕ ਐਗਜ਼ਾਮਪਲ ਦਿੰਦੇ ਆਪਾਂ ਇਹਦੀ, ਚਲੋ ਐਗਜ਼ਾਮਪਲ ਦੇ ਲਈ ਮੈंने ਲਿਖਿਆ ਟੂ ਸਾਈਟ ਐਨ ਐਗਜ਼ਾਮਪਲ, ਉੱਥੇ ਫॉर ਐਗਜ਼ਾਮਪਲ ਪਤਾ ਨਹੀਂ ਫॉर ਇੰਸਟੈਂਸ ਸੀਗਾ ਪਰ ਕਨੈਕਟਰ ਮੈਚ ਨਹੀਂ ਕੀਤਾ। ਇੱਕ ਹੈਡਲਾਈਨ ਸੀਗਾ BBC ਦਾ, ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦਾ, ਸੇਮ ਦੀ ਸੇਮ ਲਾਈਨ ਲਿਖਦੀ ਹੈ, ਕੋਈ ਚੱਕਰ ਨਹੀਂ ਹੈਗਾ। ਉਹਨੇ ਰਿਵੀਲ ਕਰਿਆ ਸਿੰਸ ਦਾ ਫੋਰਨ ਫੂਡ ਹੈ ਜਿਹੜਾ ਉਹ ਇੰਪੋਰਟਡ ਕੀਤਾ ਗਿਆ ਅਦਰ ਕੰਟਰੀ ਦੇ ਵਿੱਚ, ਇਹਨੇ ਲੈਸਨ ਕਰਤਾ ਵਰਥ ਆਫ ਰਿਲੀਜੀਅਸ ਫੂਡ। ਰਿਲੀਜੀਅਸ ਫੂਡ ਹੁੰਦਾ ਜਿਹੜਾ ਘਰ ਦਾ ਫੂਡ ਹੁੰਦਾ ਹੈਗਾ, ਤੇ LESSEN ਇਹ ਲੈਸਨ ਦਾ ਮਤਲਬ ਹੁੰਦਾ ਘਟਾਉਣਾ, ਉਹ ਦੂਜਾ ਲੈਸਨ ਨਹੀਂ ਹੈਗਾ, ON ਵਾਲਾ ਨਹੀਂ, ਉਹਦਾ ਪਾਰਟ ਹੁੰਦਾ ਹੈ। ਕਹਿੰਦਾ ਵੀ ਜਦੋਂ ਦਾ ਬਾਹਰ ਦਾ ਫੂਡ ਕੰਟਰੀਆਂ ਦੇ ਵਿੱਚ ਆਉਣ ਲੱਗ ਪਿਆ ਨਾ ਪੁੱਤ, ਹੁਣ ਕਿਤੇ ਗਲਤੀ ਕੋਈ ਕਰਦਾ ਸਰ ਕੰਟਰੀਆਂ ਕੀ ਹੁੰਦਾ, ਕੰਟਰੀਜ਼ ਹੁੰਦਾ, ਉਹ ਪੰਜਾਬੀਆਂ ਹੋ ਜਾਏਗਾ। ਠੀਕ ਹੈ, ਚੱਲ ਕਰਿਆ ਕਰੋ, ਪੜਿਆ ਕਰੋ, ਕਿਤੇ ਐ ਕੋਈ ਟਾਈਮ ਪਰ ਇੰਨੇ ਵਜ ਗਏ ਇੰਨੇ ਮਿੰਟ ਇੰਨੇ ਸਕਿੰਟ ਤੇ ਆਹ ਗਲਤੀ ਕਰੀ ਆ ਭੈਣੇ ਦੀਦੀ ਆ ਜਾਓ ਇੱਧਰ ਪੜਾਵਾਂ। ਹੁਣ ਕਹਿਣ ਦਾ ਮਤਲਬ ਕੀ ਹੈਗਾ, ਮੈਂ ਤਾਂ ਮਗਰ ਪਏ ਨਾ ਫਿਰ ਐਵੇਂ। ਤਾਂ ਜੇ ਪੁੱਤ ਜਿਹੜੇ ਫੋਰਨ ਫੂਡ ਨੇ ਨਾ ਮੇਰੇ ਬੱਚੇ, ਉਹ ਜਦੋਂ ਆਉਂਦੇ ਨੇ ਤਾਂ ਇਹਦੇ ਨਾਲ ਕੀ ਹੈ, ਖਾਣੇ ਦੀ ਜਿਹੜੀ ਵੈਲਿਊ ਹੈ ਪੁੱਤ ਉਹ ਖਤਮ ਹੋ ਜਾਂਦੀ ਹੈਗੀ। ਤਾਂ ਸਾਡਾ ਰਿਲੀਜੀਅਸ ਫੂਡ ਹੈ ਤਾਂ ਉਹਦੀ ਜਿਹੜੀ ਵੈਲਿਊ ਹੈ, ਉਹਦੀ ਵਰਥ ਹੈ, ਵਰਥ ਦਾ ਮਤਲਬ ਹੁੰਦਾ ਹੈ ਜਿਵੇਂ ਵੈਲਿਊ ਹੀ ਕਹਿ ਸਕਦੇ ਹਾਂ, ਵਰਥ ਨੂੰ ਕਹਿੰਦੇ ਫਾਇਦਾ, ਉਹ ਮੁੱਕ ਜਾਂਦਾ ਹੈਗਾ। ਚਲੋ ਹੁਣ ਇਹਦਾ ਰਿਜ਼ਲਟ ਕੀ ਨਿਕਲਦਾ ਹੈ, ਐਜ਼ ਅ ਰਿਜ਼ਲਟ ਉੱਥੇ ਹੈਂਸ ਲਾਇਆ ਸੀਗਾ ਦ ਪੀਪਲ ਆਫ ਰਿਸੀਵਿੰਗ ਕੰਟਰੀ, ਰਿਸੀਵਿੰਗ ਜਿਹੜੇ ਜਿਨ੍ਹਾਂ ਕੋਲੇ ਪਹੁੰਚਦਾ ਹੈਗਾ, ਮੇ ਡਿਵੈਲਪ ਡਿਟੈਚਮੈਂਟ ਟੂ ਦੇਅਰ ਟ੍ਰੈਡੀਸ਼ਨਲ ਐਂਡ ਕਲਚਰਲ ਫੂਡ ਆਈਟਮ, ਫਿਰ ਉਹਨਾਂ ਦਾ ਉਹਨਾਂ ਨਾਲ ਲਿੰਕ ਟੁੱਟ ਜਾਊਗਾ। ਦੇਖੋ ਫਾਇਦਾ ਕੀ ਸੀਗਾ, ਲੋਕਾਂ ਨੂੰ ਟੇਸਟ ਆਊਗਾ ਜ਼ਬਾਨ ਤੇ, ਹੋਰ ਕੀ ਫਾਇਦਾ ਸੀ, ਸਰਕਾਰ ਨੂੰ ਟੈਕਸ ਮਿਲੂਗਾ, ਪਹਿਲੇ ਪੈਰੇ 'ਚ ਹੋ ਗਿਆ। ਡਿਸਐਡਵਾਂਟੇਜ ਮੈਂ ਲਿਖਦਾ ਵੀ ਭਾਈ ਇਹਦੇ ਨਾਲ ਸਾਡੇ ਕਲਚਰਲ ਫੂਡ ਦੀ ਵੈਲਿਊ ਖਤਮ ਹੋ ਜਾਊਗੀ, ਬੱਚੇ ਖਾਣੋਂ ਹਟ ਜਾਣਗੇ। ਕਨਕਲੂਜਨ ਇਹਦਾ ਲਿਖਣ ਦੇ ਲਈ ਮੈਂ ਦੋ ਚੀਜ਼ਾਂ ਯੂਜ਼ ਕਰੂੰਗਾ, ਆਲਦੋ ਤੇ ਯੈਟ। ਹਲੋ ਆ ਮੈਨੇ ਵਰਡ ਯੂਜ਼ ਕੀਤਾ ਆਲਦੋ, ਆ ਮੈਨੇ ਵਰਡ ਉਰੇ ਯੂਜ਼ ਕੀਤਾ ਹੋਣਾ ਯੈਟ। याद रखियो ਜਦੋਂ BP1 ਤੇ BP2 ਅਲੱਗ-ਅਲੱਗ ਹੋਣ, ਮਤਲਬ BP1 ਚ ਐਡਵਾਂਟੇਜ BP2 ਚ ਡਿਸਐਡਵਾਂਟੇਜ ਅਲੱਗ-ਅਲੱਗ ਸੀ ਤਾਂ ਆਪਾਂ ਨੇ ਆਲਦੋ ਤੇ ਯੈਟ ਨਾਲ ਯੂਜ਼ ਕਰਨੇ। ਜੇ BP1 ਤੇ BP2 ਅਲੱਗ-ਅਲੱਗ ਨਾ ਹੋਣ, ਬਿਲਕੁਲ ਸੇਮ ਹੋਣ, ਫਿਰ ਅਸੀਂ ਨਾਟ ਓਨਲੀ ਤੇ ਬਟ ਆਲਸੋ ਨਾਲ ਕਨਕਲੂਜਨ ਕਰਨੇ। मतलब आ दो तरीके का कनकलूजन होंदा है। जिवें हुण अज दे ऐसे दे विच की सीगा BP1 एडवांटेज दा सी, BP2 डिसएडवांटेज दा सी, अलग अलग सी ना, तां इस करके असीं ऑल्दो ते येट नूं यूज करांगे। जे ये सेम हुंदे तां फिर ऑल्दो येट नूं यूज ना करदे, फिर असीं नॉट ओनली फिर बट ऑल्सो इनू यूज करते। हुण मैं क्या लिखिया इन कनकलूजन, ऑल्दो लिख के मैं एडवांटेज दसूंगा BP1। मैं क्या ओवरसी दा जिहड़ा फूड है ना वो ऑफर करदा है चांस टू गैट ग्रेट रेंज ऑफ वैरायटी। मतलब डेफिनेटली ਜਿਹੜਾ ਓਵਰਸੀ ਦਾ ਫੂਡ ਹੈ, ਬਾਹਰ ਦਾ ਫੂਡ ਹੈਗਾ, ਉਹਦੇ ਨਾਲ ਸਾਨੂੰ ਵੈਰਾਈਟੀ ਆਫ ਫੂਡ ਹੈ ਜਿਹੜੇ ਉਹ ਖਾਣ ਦਾ ਮੌਕਾ ਮਿਲਦਾ ਹੈ, ਐਜ਼ ਵੈਲ ਐਜ਼ ਇਹ ਅਸਿਸਟ ਕਰਦਾ ਹੈ ਟੂ ਇਨਕਲਾਈਨ ਇਕਨੋਮੀ ਲੈਵਲ। ਤਾਂ ਇਹਦਾ ਜਿਹੜਾ ਇਕਨੋਮੀ ਲੈਵਲ ਹੈ ਉਹ ਵੀ ਬਹੁਤ ਉੱਪਰ ਤੱਕ ਜਾਂਦਾ ਹੈਗਾ। ਵੈਰੀ ਗੁੱਡ। ਮਤਲਬ ਕੀ ਹੈਗਾ ਕਿ ਆਲਦੋ ਜਿਹੜਾ ਓਵਰਸੀ ਦਾ ਫੂਡ ਹੈ ਇਹਦੇ ਨਾਲ ਸਾਨੂੰ ਬਹੁਤ ਸਾਰੀ ਵੈਰਾਈਟੀ ਦਾ ਫੂਡ ਵੀ ਮਿਲਦਾ ਹੈ, ਇਹਦੇ ਨਾਲ ਸਾਡੀ ਇਕਨੋਮੀ ਵੀ ਉੱਪਰ ਜਾਂਦੀ ਹੈ। ਇਹ ਹੋ ਗਿਆ BP1 ਦਾ ਐਡਵਾਂਟੇਜ। ਫਿਰ ਮੈਂ ਲਿਖੂੰਗਾ ਯੈਟ ਹੁਣ ਡਿਸਐਡਵਾਂਟੇਜ। ਮੈਂ ਕਿਹਾ ਇਹ ਰਿਡਿਊਸ ਕਰਦਾ ਹੈ ਵੈਲਿਊ ਆਫ ਕੰਟਰੀਜ਼ ਔਨ ਫੂਡ। ਵੈਰੀ ਗੁੱਡ। ਇਹਦਾ ਡਿਸਐਡਵਾਂਟੇਜ ਕੀ ਹੈ, ਇਹ ਕੰਟਰੀ ਦੇ ਫੂਡ ਦੀ ਜਿਹੜੀ ਵੈਲਿਊ ਹੈ ਭਾਈ ਉਹਨੂੰ ਘਟਾ ਦਿੰਦਾ ਹੈ। ਹੁਣ ਜੇ ਪੂਰਾ ਐਸੇ ਤੁਸੀਂ ਦੇਖਦੇ ਆ ਤਾਂ ਕੁਝ ਐਵੇਂ ਦਾ ਦਿਖਦਾ ਹੈਗਾ। ਸਟਾਰਟਿੰਗ ਦੇ ਵਿੱਚ ਕੀ ਸੀਗਾ ਪੁੱਤ, ਇੰਟਰੋਡਕਸ਼ਨ, ਇੰਟਰੋ। ਉਸ ਤੋਂ ਬਾਅਦ ਮੇਰੇ ਬੱਚੇ BP1 ਸੀਗਾ, ਉਸ ਤੋਂ ਬਾਅਦ ਬੱਚੇ ਸੀਗਾ BP2, ਉਸ ਤੋਂ ਬਾਅਦ ਸੀਗਾ ਕਨਕਲੂਜਨ। ਇੰਟਰੋ ਦੇ ਵਿੱਚ ਦੋ ਚੀਜ਼ਾਂ ਸੀ ਪੁੱਤ, ਰੀਫਰੇਜ਼ ਅਤੇ ਥੀਸਿਸ। ਸਾਰਿਆਂ ਨੂੰ ਸਿਖਾਇਆ ਸੀ। ਰੀਫਰੇਜ਼ ਦਾ ਮਤਲਬ ਹੈਗਾ ਕਿ ਜਿਹੜੇ ਆਪਾਂ ਸਿਨੋਨਿਮਸ ਨੂੰ ਚੇਂਜ ਕਰਨਾ, ਤੇ ਥੀਸਿਸ ਦਾ ਮਤਲਬ ਹੈ ਮੈਂ ਦੱਸਣਾ ਕਿ ਐਸੇ ਕਿਹੜਾ ਹੈਗਾ। ਬੋਡੀ ਪੈਰਾਗ੍ਰਾਫ 1 ਚ ਕਿੰਨੇ ਪੁਆਇੰਟ ਸੀ, 4 ਪੁਆਇੰਟ ਸੀਗੇ। मेन पॉइंट एक्सप्लेन एग्जांपल दे रिजल्ट। कनेक्टर देखियो टू कमेंस विद, इन अदर वर्ड, फॉर इंस्टेंस ते हेंस। बस आ चारे कनेक्टर यूज कर दो। BP2 दे विच डिसएडवांटेज सीगा 4 पॉइंट पुतेज सी, फर्दर शिफ्टिंग टुवर्ड्स डीमेरिट्स, टू एक्सप्लिकेट, टू साइट एन एग्जांपल ते एज अ रिजल्ट।
ਤੇ ਕਨਕਲੂਜਨ ਦੇ ਵਿੱਚ ਆਲਦੋ ਪਾ ਕੇ ਐਡਵਾਂਟੇਜ ਦੱਸਦਾ, ਯੈਟ ਪਾ ਕੇ ਡਿਸਐਡਵਾਂਟੇਜ ਦੱਸਦਾ, ਇਦੋਂ ਵਧੀਆ ਕੁਝ ਵੀ ਨਹੀਂ ਹੋ ਸਕਦਾ। ਫਿਰ ਵੀ ਭਾਈ ਜੇ ਕਿਸੇ ਬੰਦੇ ਨੂੰ ਕੋਈ ਗਲਤੀਆਂ ਲੱਗਦੀਆਂ ਨੇ ਮਾਫ ਕਰਿਓ, ਪਰ ਮੇਰੇ ਕੋਲੋਂ ਇਸ ਸ਼ਿੱਦਤ ਨਾਲ ਪੜਾਉਣਾ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ। ਗਲਤੀ ਹੋਈ ਹੋਵੇ ਵੀਰੇ ਹੱਥ ਜੋੜ ਕੇ ਮਾਫੀ ਮੰਗਦਾ, ਮੈਂ ਐਵੇਂ ਦਾ ਕੋਈ ਐਸ ਟ੍ਰੇਨਰ ਨਹੀਂ ਹੈਗਾ ਮੈਂ ਕਿਸੇ ਬੰਦੇ ਨੂੰ ਮਾੜਾ ਚੰਗਾ ਕਹਾਂ, ਪਰ ਮੈਨੂੰ ਬੁਰਾ ਲੱਗਦਾ ਜਦੋਂ ਕੋਈ ਬੰਦਾ ਐਵੇਂ ਗਲਤੀਆਂ ਕੱਢਦਾ ਹੈਗਾ। ਤਾਂ ਕਹਿਣ ਦਾ ਮਤਲਬ ਹੈ ਤੁਸੀਂ ਸਿੱਖਣ ਵਾਲੀ ਗੱਲ ਸਿੱਖੋ, ਜੇ ਨਹੀਂ ਵਧੀਆ ਲੱਗਦੀ ਵੀਡੀਓ ਨਾ ਦੇਖੋ, ਹੈ ਨਾ। ਮਤਲਬ ਕਿ ਬਾਕੀ ਬੱਚਿਆਂ ਨੂੰ ਡੀਮੋਟੀਵੇਟ ਨਾ ਕਰੋ ਜਿਹੜੇ ਇੰਨਾ ਭਰੋਸਾ ਕਰਦੇ ਆ। ਤੇ ਸਾਰਿਆਂ ਨੂੰ ਇਹ ਵੀ ਕਲੀਅਰ ਹੋਣਾ ਚਾਹੀਦਾ ਹੈਗਾ ਕਿ ਰਮਨ ਨੇ YouTube ਤੇ ਜਿੰਨਾ ਵੀ ਪੜਾਇਆ ਹੈਗਾ, ਦੇਖੋ ਯਾਰ ਮੈਨੂੰ ਪੈਸੇ ਆਉਂਦੇ ਆ, ਸਾਫ਼ ਜੀ ਗੱਲ ਹੈ, YouTube ਦਿੰਦਾ ਹੈਗਾ, ਮੈਂ ਕਿਹੜਾ ਕਿਸੇ ਲੋਕਾਂ ਤੋਂ ਮੰਗ ਰਿਹਾ ਇੱਥੇ। ਮੈਨੂੰ ਜੇ ਕੋਈ ਬੰਦਾ ਇਹ ਕਹਿੰਦਾ ਮੈਂ ਲੋਕਾਂ ਦੇ ਪੈਸੇ ਬਚਾ ਲੂੰਗਾ, ਐਵੇਂ ਕਿਵੇਂ? ਜਿਹਨੂੰ ਵੀਡੀਓਜ਼ ਪਸੰਦ ਆਉਣਗੀਆਂ, ਜਿਹੜੇ ਮੈਨੂੰ ਪਿਆਰ ਕਰਦੇ ਉਹ ਦੇਖਣਗੇ। ਮਤਲਬ ਸਾਫ਼ ਹੈਗਾ ਕਿ ਇਹ ਅੱਗੇ ਤਾਂ ਹੋਰ ਬਹੁਤ ਕੁਝ ਆਊਗਾ, ਸਾਨੂੰ ਪਤਾ ਹੈਗਾ। ਅੱਜ ਤੋਂ ਬਾਅਦ ਆਪਾਂ ਇਸ ਟੌਪਿਕ ਦੇ ਕਦੇ ਗੱਲ ਵੀ ਨਹੀਂ ਕਰਨੀ ਹੈਗੀ। ਤਾਂ ਜਿਹੜੇ ਵੀ ਬੰਦੇ ਨੂੰ ਭਾਈ ਮੇਰੀ ਵੀਡੀਓ ਚੰਗੀ ਨਹੀਂ ਲੱਗੂਗੀ ਉਹ ਬੰਦਾ ਨਾ ਦੇਖੂਗਾ। ਬਾਕੀ ਬੱਚਿਆਂ ਨੂੰ ਤਾਂ ਪੜ੍ਹਨ ਦਿਓ ਨਾ, ਜਿਹੜੇ ਬੱਚੇ ਮੈਨੂੰ ਪਿਆਰ ਕਰਦੇ ਆ, ਮੈਂ ਆਪਣੇ ਬੱਚਿਆਂ ਨੂੰ ਪਿਆਰ ਕਰਦਾ, ਉਹਨਾਂ ਨੂੰ ਤਾਂ ਪੜ੍ਹਨ ਦੇਈਏ ਆਪਾਂ। ਤਾਂ ਬੇਨਤੀ ਹੈ ਕਿ ਪੋਜ਼ਿਟਿਵਿਟੀ ਫੈਲਾਓ। ਆਲਰੇਡੀ ਪੰਜਾਬ ਦੇ ਵਿੱਚ ਬੜੀਆਂ ਸਾਰੀਆਂ ਤੁਹਾਨੂੰ ਪਤਾ ਹੈ ਆਫਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ, ਦਿਮਾਗ ਅੱਧਾ ਉੱਧਰ ਲੱਗਿਆ ਰਹਿੰਦਾ, ਪਰ ਫਿਰ ਵੀ ਅਸੀਂ ਵੀਡੀਓਜ਼ ਬੱਚਿਆਂ ਦੇ ਲਈ ਬਣਾਉਂਦੇ ਹਾਂ। ਕੋਈ ਗਲਤੀ ਹੋ ਗਈ ਹੋਵੇ ਵੀਰੇ ਹੱਥ ਜੋੜ ਕੇ ਮਾਫੀ ਮੰਗਦਾ। ਤੇ ਉਸ ਭੈਣ ਨੂੰ ਵੀ ਮੈਂ ਕਹਿੰਦਾ ਭੈਣੇ ਤੈਨੂੰ ਬਹੁਤ ਸਤਿਕਾਰ ਕਰਦਾ, ਠੀਕ ਹੈ, ਤੁਹਾਡੀ ਜ਼ਿੰਦਗੀ ਤੁਹਾਡੀ, ਮੇਰੀ ਜ਼ਿੰਦਗੀ ਮੇਰੀ, ਮੈਂ ਕੰਟਰੋਵਰਸੀ ਨਾ ਮੈਂ ਕਰਦਾ ਨਾ ਮੈਨੂੰ ਲੋੜ ਹੈਗੀ। ਥੈਂਕ ਯੂ ਵੈਰੀ ਮੱਚ, ਬਹੁਤ ਪਿਆਰ। ਸਾਰੇ ਮੇਰੇ ਸੱਜਣ ਮਿੱਤਰਾਂ ਨੂੰ ਵੀਡੀਓ ਚੰਗੀ ਲੱਗੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਲਵ ਯੂ, ਥੈਂਕ ਯੂ ਸੋ ਮਚ।